साध संगत जीओ गज के फतेह सांझ करो जी। वाहिगुरु जी का खालसा वाहिगुरु जी की फतेह। नरपत एक सिंघासन सोया सुपने भया भिखारी। जिस तरह कोई राजा अपने सिंघासन ते सो गया है, ਉਹਨੂੰ ਇੱਕ ਭੈੜਾ ਸੁਪਨਾ ਹੈ ਕਿ ਉਹ ਭਿਖਾਰੀ ਹੈ, ਦਰ ਦਰ ਦਾ ਮੰਗਤਾ ਬਣਿਆ ਫਿਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਛਤ ਰਾਜ ਵਿਛਰਤ ਦੁੱਖ ਪਾਇਆ। ਜਿਹੜਾ ਉਹਦਾ ਰਾਜ ਸੀ, ਸ਼ਾਨੋ ਸ਼ੌਕਤ ਸੀ, ਸੁੱਖ ਸੀ, ਉਹਨੇ ਸਾਰਾ ਕੁਝ ਗਵਾ ਲਿਆ ਸੁਪਨੇ ਅੰਦਰ, ਤੇ ਹੁਣ ਬੜਾ ਹੀ ਦੁਖੀ ਹੈ, बहुत दुखी है। सो गत भई हमारी। रविदास भगत जी कहते उस राजे दे वांग साडी भी हालत इन्नी बुरी हो चुकी है कि असी इस संसार नू सच समझ के विचर रहे हैं। आखो सतनाम श्री वाहिगुरू। है तो सुपना। सतगुरु महाराज जी ने सानू भेजिया जरूर है, अपने कर्मा करके जन्म मरण साडा हो रहा है धरती, पर सच जानो ये सुपने समान है। ये दुख सुख जो भी साडे जीवन अंदर आउंदे हैं ना, ये सुख और दुख का जोटा होंदा है जो साडे अपने कीते कर्मां दा फल होंदा है। आखो सतनाम श्री वाहिगुरू। किसी होर नूं दोष नहीं देना चाहिए। इस दुख सुख दे विच किसी नूं कारण बना के अगे नहीं करना चाहिए। की पता तुसी केड़ा दुख पहले केड़ा कर्म कर आए हो, जिन्हों सतगुरु जी आप जी नूं भुगवा रहे हैं, भोग रहे हो, तो फिर आप जी क्यों नोरे देंदे हो, क्यों किसी नूं दोषी ठहरांदे हो, या क्यों ऐसा रब नूं कहंदे हो कि असां की कीता है जो सानू दुख आया है। कीता ते तू है तां ही दुख आया, ते सुख भी तेरे कर्मां अनुसार आएगा। भगती भी जिस तरह हुण तुसीं भगती कर रहे हो, नाम जप रहे हो, अरदास कर रहे हो, ये सुख बनेगा। अगे जाके तुहानू सुख मिलणगे, ਇਹਦੇ ਵਿੱਚ कोई शंका नहीं। आओ इस पावन शब्द की पूरी कथा होने तो पहला जो सुख मिलता है जिहदे नाल वो जपीए। सारे जपो वाहेगुरु 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 वाहेगुरु। वाहेगुरु 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 वाहेगुरु
ਵਾਹਿਗੁਰੂ 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 ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਏ ਹੋ ਨਾਨਕ ਚਾਹੋ ਏ ਹੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੇ ਅੰਦਰ ਜੋ ਅੱਜ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਉਹਦੀ ਪਾਵਨ ਵਿਚਾਰ ਹੈ। ਰਾਗ ਸੋਰਠ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਹੈ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਇਹ ਮਾਧੋ, ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਮੈਂ ਰਹਿੰਦੀ ਹੈ ਕਿ ਮੈਂ ਠੀਕ ਹਾਂ, ਇਹ ਹਉਮੈ ਦਾ ਪਰਤਾਵਾ ਹੈ ਜੋ ਆਪਣੀ ਅਸੀਂ ਮੈਂ ਅੱਗੇ ਰੱਖ ਦਿੰਦੇ ਹਾਂ ਸਿਆਣਪ। ਉਤਨਾ ਚਿਰ ਸਾਡੇ ਅੰਦਰ ਪ੍ਰਭੂ ਪ੍ਰਗਟ ਨਹੀਂ ਹੁੰਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਨਹੀਂ ਹੁੰਦੇ। ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ। ਜਦੋਂ ਪ੍ਰਭੂ ਪ੍ਰਗਟ ਹੁੰਦੇ ਹੈ ਫਿਰ ਸਾਡੀ ਮੈਂ ਵੀ ਦੂਰ ਹੋ ਜਾਂਦੀ ਹੈ।
अनल अगम जैसे लहर में उदत, जल केवल जल माही। इस मैं ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ ਜਿਵੇਂ ਬੜਾ ਤੂਫਾਨ ਆਇਆ, ਸਮੁੰਦਰ ਲਹਿਰਾਂ ਦੇ ਨਾਲ ਨਕਾ ਨਕ ਭਰ ਜਾਂਦਾ ਹੈ, ਪਰ ਅਸਲ ਵਿੱਚ ਉਹ ਲਹਿਰਾਂ ਸਮੁੰਦਰ ਦੇ ਪਾਣੀ ਵਿੱਚ ਪਾਣੀ ਹੀ ਹੈ, ਲਹਿਰ ਵੀ ਤਾਂ ਪਾਣੀ ਹੀ ਹੈ। ਤਿਵੇਂ ਇਹ ਸਾਰੇ ਜੀਆਂ ਜੰਤ ਤੇਰਾ ਆਪਣਾ ਹੀ ਬਣਾਇਆ ਹੋਇਆ ਵਿਕਾਸ ਹੈ, ਇਹ ਸਾਰੇ ਵਿੱਚ ਤੂੰ ਹੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ। ਇਹ ਮਾਧੋ ਅਸਾਂ ਜੀਵਾਂ ਨੂੰ ਕੁਛ ਅਜਿਹਾ ਭੁਲੇਖਾ ਪੈ ਗਿਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਅਸੀਂ ਜੋ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ, ਉਹ ਠੀਕ ਗੱਲ ਨਹੀਂ। ਰਹਾਓ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਜਿਵੇਂ ਕੋਈ ਰਾਜਾ, ਨਰਪਤ ਕਿਹਾ ਜਾਂਦਾ ਰਾਜੇ ਨੂੰ, ਆਪਣੇ ਤਖਤ ਉੱਤੇ ਸੋ ਜਾਵੇ ਅਤੇ ਸੁਪਨੇ ਵਿੱਚ ਮੰਗਤਾ ਬਣ ਜਾਵੇ। ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਹੁੰਦਿਆਂ ਸੁਣਦਿਆਂ ਉਹ ਆਪਣੇ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ। ਤਿਵੇਂ ਹੀ ਇਹ ਮਾਧੋ ਤੈਥੋਂ ਵਿਛੜ ਕੇ ਅਸਾਟਾਂ ਸਾਰੇ ਜੀਵਾਂ ਦਾ ਵੀ ਇਹੀ ਹਾਲ ਹੋ ਗਿਆ ਹੈ। ਰਾਜ ਭੁਇੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਜਿਵੇਂ ਰੱਸੀ ਅਤੇ ਸੱਪ ਦਾ ਦ੍ਰਿਸ਼ਟਾਂਤ ਹੈ। ਰੱਸੀ ਹੈ ਪਰ ਅੰਧੇਰੇ ਕਰਕੇ ਸੱਪ ਨਜ਼ਰ ਆ ਰਹੀ ਹੈ, ਪਰ ਤੂੰ ਮੈਨੂੰ ਹੁਣ ਕੁਛ ਭੇਤ ਜਨਾ ਦਿੱਤਾ ਹੈ। ਪ੍ਰਭੂ ਤੂੰ ਕਿੱਥੇ ਰਹਿੰਦਾ ਹੈ, ਕਿੱਥੇ ਹੈ ਤੇਰਾ ਵਸ। ਅਨਕ ਕਟਕ ਜੈਸੇ ਫੂਲ ਪਰੇ, ਅਬ ਕਹਿਤੇ ਕਹਿਨ ਨਾ ਆਇਆ। ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਂਦਾ ਹੈ ਕਿ ਸੋਨਾ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਜਗਤ ਇੱਥੋਂ ਵੱਖਰਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ। ਭਾਵ ਹੁਣ ਮੈਂ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਗਤ ਨੂੰ ਵੱਖਰਾ ਨਾ ਜਾਣੋ, ਗਲਤੀ ਕਰ ਦੋਗੇ। ਰੱਬ ਜਗਤ ਦੇ ਵਿੱਚ ਹੀ ਹੈ, ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਵੀ ਰੱਬ ਹੀ ਹੈ, ਜੋ ਇੰਨੇ ਦੁਨੀਆ ਨੂੰ ਨਾਮ ਜਪਾਉਂਦੇ ਹਨ, ਭਗਤੀ ਕਰਾਉਂਦੇ ਹਨ। ਕੀ ਉਹ ਰੱਬ ਤੋਂ ਵੱਖਰੇ ਹਨ? ਨਹੀਂ, ਉਹੀ ਰੂਪ ਹਨ। ਜੋ ਬਾਣੀ ਹੈ ਨਾ, ਉਹੀ ਗੁਰੂ ਹੈ, ਉਹੀ ਸਤਿਗੁਰੂ ਹੈ। ਸਭ ਕੁਝ ਇੱਕ ਹੀ ਹੈ, ਕੋਈ ਵੱਖਰਾ ਨਹੀਂ, ਵੱਖਰਾ ਨਹੀਂ। ਕਬੀਰ ਜੀ ਵੀ ਇਸ ਅਵਸਥਾ ਦੇ ਮਾਲਕ ਸਨ। ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਇਹ ਗੁਰਬਾਣੀ ਦੀ ਪੰਕਤੀਆਂ ਹਨ। ਸੰਤ ਰਾਮ ਹੈ ਏਕੋ, यानी एक रूप है। राम जो दाता मुकत को, संत जपावै नाम। आखो सतनाम श्री वाहिगुरू। राम का काम है, वाहिगुरू का काम है मुक्तियां देना, ते संत का काम की है? वो धुरो ही संगत नूं नाम जपाण आंदे ने। आखो सतनाम श्री वाहिगुरू। एक मिसाल देना तुहानूं। ਤੁਹਾਡਾ ਬੱਚਾ ਅੱਜ BA MA ਦੀ ਪੜ੍ਹਾਈ ਕਰਨ ਗਿਆ ਹੈ ਸਕੂਲ, ਡਿਗਰੀ ਲੈਣ। ਬਿਲਕੁਲ ਦੁਨਿਆਵੀ ਉਦਾਹਰਨ ਬਿਲਕੁਲ ਮੇਲ ਖਾਂਦਾ ਹੈ ਤਾਂ ਦੇ ਰਹੇ। ਹੁਣ ਤੁਸੀਂ ਉਹਦੇ ਅੱਗੇ MA CA ਦੀ ਕਿਤਾਬਾਂ ਰੱਖ ਦਿੱਤੀਆਂ। ਕੀ ਤੁਹਾਡਾ ਬੱਚਾ ਕਿਤਾਬਾਂ ਨੂੰ ਮੱਥਾ ਟੇਕ ਟੇਕ ਕੇ ਪਾਸ ਹੋ ਜਾਏਗਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਨੂੰ ਦੱਸੋ। किताब बच्चे के अगे रखी है, बाजारों खरीद लीती है CA की,
ਤੁਸੀਂ ਕਹਿੰਦੇ ਹੋ ਬੱਚਾ ਡਿਗਰੀ ਲੈ, ਤੁਹਾਡਾ ਮੱਥਾ ਉਸ ਕਿਤਾਬ ਨੂੰ ਮੱਥੇ ਟੇਕੀ ਜਾਂਦਾ, ਉਹ ਪਾਸ ਹੋ ਜਾਏਗਾ। ਸ਼ਰਧਾ ਕਰੀ ਜਾਂਦਾ, ਹੋ ਜਾਏਗਾ। ਮੈਨੂੰ ਜਵਾਬ ਦਿਓ, ਨਹੀਂ ਹੋਏਗਾ। ਸਭ ਦਾ ਜਵਾਬ ਇੱਕੋ ਹੀ ਆਏਗਾ, ਨਹੀਂ, ਨਹੀਂ ਹੋਏਗਾ। ਜੇ ਕਿਤਾਬ ਨੂੰ ਪੜ੍ਹਾਉਣ ਵਾਲਾ ਕੋਈ ਪ੍ਰੋਫੈਸਰ ਜਾਂ ਟੀਚਰ ਉਹਦੇ ਸਿਰ 'ਤੇ ਹੋਏਗਾ, ਉਹ ਜ਼ਰੂਰ ਪੜ੍ਹਾਈ ਵਿਦਿਆ ਜਾਣ ਜਾਏਗਾ ਅਤੇ ਅੱਛੇ ਨੰਬਰਾਂ ਤੋਂ ਪਾਸ ਹੋ ਕੇ ਦਿਖਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਸੰਤ ਦਾ ਕੰਮ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਹੈ ਸਾਡੇ, ਇਹਨਾਂ ਦਾ ਸਤਿਕਾਰ ਕਰਨਾ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਗੁਰਬਾਣੀ ਦੇ ਵਿੱਚ ਜਿਹੜੇ ਅਰਥ ਲਿਖੇ ਹਨ ਉਹਦੀ ਕੋਈ ਸਮਝ ਨਹੀਂ, ਡੂੰਘਾਈ ਨਹੀਂ ਦੱਸੇਗਾ, ਉਹ ਕੌਣ ਹੁੰਦੇ ਨੇ? ਉਹ ਅਧਿਆਤਮਕ ਗੁਰੂ ਇਹ ਹਨ, ਇਹ ਸੰਤ ਬਾਬਾ ਨੰਦ ਸਿੰਘ ਜੀ, ਸੰਤ ਈਸ਼ਰ ਸਿੰਘ ਰਾੜੇ ਵਾਲੇ, ਅਤਰ ਸਿੰਘ ਜੀ ਮਸਤੋਆਣੇ ਵਾਲੇ। ਜੇ ਕਾਰਕ ਮਹਾਂਪੁਰਸ਼ ਧਰਤੀ 'ਤੇ ਜਨਮ ਨਾ ਲੈਂਦੇ ਤੇ ਅੱਜ ਸਾਨੂੰ ਗੁਰਬਾਣੀ ਦਾ ਸਤਿਕਾਰ ਕਰਨਾ ਵੀ ਨਾ ਆਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੰਨਾ ਵੀ ਨਹੀਂ ਆਉਂਦਾ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਈਕਲ 'ਤੇ ਲੈ ਕੇ ਫਿਰਦੇ ਸੀ। ਤੁਹਾਨੂੰ ਪਤਾ ਹੈ ਗੱਲ? ਜਿਹੜੇ ਪੁਰਾਣੇ ਬਜ਼ੁਰਗ ਹੈ ਨਾ, ਉਹਨਾਂ ਨੂੰ ਇਹ ਗੱਲ ਯਾਦ ਹੋਣੀ। ਗ੍ਰੰਥੀ ਸਿੰਘ ਪਿਛਲੇ ਪੇਟੀ ਰੱਖਦਾ ਸੀ ਸਾਈਕਲ ਦੇ ਪਿੱਛੇ ਕੈਰੀਅਰ 'ਤੇ, ਉਹਦੇ ਅੰਦਰ ਹੀ ਮਹਾਰਾਜ ਜੀ ਨੂੰ ਬੰਦ ਕਰਕੇ ਤੇ ਘੱਲਾ ਹੀ ਚੱਲਿਆ ਫਿਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾ ਕੇ ਘਰਾਂ 'ਚ। ਇਹ ਤਾਂ ਸਤਿਕਾਰ ਸੀ ਸਾਡਾ। ਅਲਮਾਰੀ ਦੇਖ ਰਹੇ ਹੋ ਸਾਹਮਣੇ ਗੁਟਕੇ ਲਈ, ਇਹਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਜਾਂਦਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਤਿਕਾਰ ਹੈ ਸਾਡੀ ਅਕਲ, ਜੋ ਅਸੀਂ ਸਤਿਕਾਰ ਸਿੱਖੇ ਹਾਂ। ਅਤੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਨਾਨਕਸਰ ਵਾਲੇ, ਜਿਨ੍ਹਾਂ ਨੇ ਕਿਹਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੇ ਗੁਰੂ ਦਾ ਸਤਿਕਾਰ ਨਹੀਂ ਆਇਆ ਸਿੱਖਾ ਤੇ ਕੁਛ ਵੀ ਨਹੀਂ। ਬਾਣੀ ਦਾ ਸਤਿਕਾਰ ਨਹੀਂ ਸਿੱਖਿਆ। ਬਾਣੀ ਅਲਮਾਰੀ 'ਚ ਬੰਦ ਕਰਨ ਦੀ ਹੈ। ਬਾਣੀ ਵਾਸਤੇ ਉਹ ਸਿੰਘਾਸਨ ਜਚਦਾ, ਉਹ ਦੇਖੋ ਪਲੰਗ ਸਾਹਿਬ, AC ਲੱਗਿਆ ਹੋਵੇ, ਕੂਲਿੰਗ ਹੋਵੇ ਕਮਰੇ 'ਚ, ਅਤੇ ਪਰਫਿਊਮ ਇਹ ਵੀ ਸੈਂਟਾਂ ਇਤਰ ਲਗਾਉਂਦੇ ਹੋ, ਚਵਰ ਸਾਹਿਬ ਚੱਲਦਾ ਹੋਵੇ, ਇਹ ਸਤਿਕਾਰ ਹੈ। ਰੋਜ਼ ਨਵੇਂ ਕੱਪੜੇ ਲਗਾਏ ਜਾਣ, ਰੁਮਾਲੇ ਸਾਹਿਬ ਚੇਂਜ ਕਰੇ ਜਾਣ, ਅੰਦਰਾਖੜ ਚਿੱਟੇ ਵਸਤਰ ਧੋਤੇ ਜਾਣ ਰੋਜ਼ਾਨਾ। ਇਹ ਸਤਿਕਾਰ ਸਾਰਾ ਕਿੰਨੇ ਸਿਖਾਇਆ? ਧੰਨ ਧੰਨ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਗੁਰੂ ਨੂੰ ਦੇ ਮੰਨ ਕੇ ਪੂਜਿਆ। ਅਸੀਂ ਤਾਂ ਸਿਰਫ ਮੱਥਾ ਟੇਕਦੇ ਹਾਂ, ਮੰਨਦੇ ਕੁਛ ਨਹੀਂ ਗੁਰੂ 'ਤੇ। ਮਾਫ ਕਰ, ਅਸੀਂ ਇੱਕ ਤੁਕ 'ਤੇ ਵੀ ਨਹੀਂ ਚੱਲ ਸਕਦੇ। ਜੇ ਸੰਤ ਔਰ ਟੀਚਰ ਗੁਰੂ ਅਧਿਆਤਮਕ ਨਾ ਹੁੰਦੇ ਨਾ, ਸ਼ਾਇਦ ਅਸੀਂ ਰੁਲਦੇ ਹੁੰਦੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕਿਰੇ ਹਮ ਜਾਪੇ। ਜੇ ਇੱਕ ਦੁਨਿਆਵੀ ਵਿਦਿਆ ਵਾਸਤੇ ਅਧਿਆਤਮ ਗੁਰੂ ਦੀ ਲੋੜ ਹੈ, ਟੀਚਰ ਦੀ ਲੋੜ ਹੈ, ਪ੍ਰੋਫੈਸਰ ਦੀ ਲੋੜ ਹੈ, ਅਤੇ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਸਤੇ ਕਿਸੇ ਸੰਤ ਮਹਾਂਪੁਰਸ਼ਾਂ ਦੀ ਲੋੜ ਕਿਉਂ ਨਹੀਂ ਹੈ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੈਗੀ, ਉਹਨਾਂ ਦੀ ਕਮਾਈ ਬੋਲਦੀ ਹੈ, ਉਹਨਾਂ ਦੀ ਡਿਊਟੀਆਂ ਲਾਈ ਹੈ ਸੰਸਾਰ ਨੂੰ ਤਾਰਨ ਵਾਸਤੇ। ਗੁਰੂ ਜੀ ਵੀ ਇਹ ਗੱਲ ਦਰਸਾਉਂਦੇ ਹਨ। ਮੈਂ ਬਾਣੀ ਵਿੱਚੋਂ ਹੀ ਤੁਕ ਲਾਵਾਂਗਾ, ਕਿਉਂਕਿ ਵਿਸ਼ੇ ਬਹੁਤ ਹੀ ਬਹੁਤ ਗਹਿਰਾ ਵਿਸ਼ੇ ਹੈ ਜੀ। ਇਹਦੇ ਉੱਪਰ ਬਹੁਤ ਡਿਬੇਟ ਹੋ ਸਕਦੀ ਹੈ, ਲੇਕਿਨ ਬਹੁਤ ਗਹਿਰਾ ਹੈ। ਇਸ਼ਾਰੇ ਵਾਲਾ ਸਮਝੋ। ਨਾਮ ਰਹਿਓ ਸਾਧੂ ਰਹਿਓ। ਸਤਿਗੁਰੂ ਜੀ ਨੇ ਨਾਮ ਨੂੰ ਪਹਿਲ ਦਿੱਤੀ ਹੈ। ਦੇਖ ਲਓ, ਵਾਹਿਗੁਰੂ ਦਾ ਨਾਮ ਦੇਖ ਲਓ। ਰਹਿਓ ਰੋਜ਼ ਪੜ੍ਹਦੇ ਹੋ, ਸ਼ਲੋਕ ਮਹਲਾ 9 ਪੜ੍ਹਦੇ ਨਾ, ਉਹਦੇ ਅਰਥ ਵੀ ਸਮਝਿਆ ਕਰੋ ਕਦੀ ਇਕੱਲੇ ਬੈਠ ਕੇ। ਨਾਮ ਰਹਿਓ ਸਾਧੂ ਰਹਿਓ। ਸਾਧੂ ਕੌਣ ਹੁੰਦੇ ਆ? ਕਲੀਅਰ ਹੈ। ਸਾਧੂ ਆਪ ਜੀ ਨੂੰ ਪਤਾ ਹੈ, ਬ੍ਰਹਮ ਗਿਆਨੀ ਦਾ ਇਸ਼ਾਰਾ ਹੋਇਆ। ਸਾਧੂ ਰਹਿਣਗੇ ਸੰਸਾਰ ਵਿੱਚ, ਰਹਿਓ ਗੁਰੂ ਗੋਬਿੰਦ। ਗੁਰ ਕਿਹੜੇ ਹਨ? ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ, ਯਾਨੀ ਤਿੰਨਾਂ ਨੂੰ ਦਰਜਾ ਦਿੱਤਾ ਹੈ ਜੀ। ਤੁਹਾਡੇ ਸਾਹਮਣੇ ਮੈਂ ਪੜ੍ਹ ਰਿਹਾ। ਇਹਦੇ ਵਿੱਚ ਹੁਣ ਕੋਈ ਸ਼ੰਕਾ ਨਹੀਂ ਰਹਿ ਗਈ ਕਿ ਜਦ ਗੁਰੂ ਜੀ ਕਹਿ ਰਹੇ ਹਨ ਕਿ ਸਾਧੂ ਰਹੇਗਾ ਸੰਸਾਰ ਵਿੱਚ, ਜਦ ਤੱਕ ਸੰਸਾਰ ਰਹੇਗਾ ਤਦ ਤੱਕ ਬ੍ਰਹਮ ਗਿਆਨੀ ਰਹਿਣਗੇ। ਬ੍ਰਹਮ ਗਿਆਨੀ ਆਪ ਨਿਰੰਕਾਰ। ਇਹ ਗੱਲ ਲਿਖਣ ਦੀ ਕੀ ਲੋੜ ਸੀ? ਸੁਖਮਨੀ ਸਾਹਿਬ ਅੰਦਰ ਗੁਰੂ ਅਰਜਨ ਦੇਵ ਜੀ ਨੇ ਇਹ ਗੱਲ ਕਿਉਂ ਲਿਖੀ? ਕਦੀ ਸੋਚਿਆ ਤੁਸੀਂ?
ब्रह्म ज्ञानी को इन्ना उच्चा दर्जा देता। ब्रह्म ज्ञानी आप निरंकार। तो हुण दसो गुरु ग्रंथ साहिब जी और ब्रह्म ज्ञानी साधु में फर्क की रह गया? मैं तो समझदा कोई फर्क नहीं रहा। जिन्नी को मनु समझ है, अकल मेरी थोड़ी है, पर साधु संतां नाल मेरा मेल रहा है, वास्ता रहा। तो मनु जो समझ पई है, ब्रह्म ज्ञानी आप निरंकार, ब्रह्म ज्ञानी सब सृष्टि का करता, सारी सृष्टि का करता है ब्रह्म ज्ञानी। तो रविदास भगत भी ब्रह्म ज्ञानी होए हैं, ताई उन्होंने बाणी अंदर दर्जा है। जिते तुसी गुरुआं नूं दसां नूं मत्था टेक रहे हो, माफ़ करना, इन्हां भगतां नूं भी वही सत्कार दे रहे हो। आखो सतनाम श्री वाहिगुरू। फर्क नहीं है रविदास और गुरुआं च, क्यों? क्योंकि उन्होंने भी वही दर्जा मिल चुका है। बाणी नाम ने नामी नूं प्रगट करता है। नाम जपण वाले नामी दी इज्जत, नामी दी पहले गल करते हैं गुरु कि नामी वड्डा है, नाम जपदा है। क्योंकि सर्वे एक अनेक स्वामी, सब कट भोगवै सोई। वो प्रभु खसम अनेका रूप बना के सारियां विच एक आप ही है, आप है। वो रूप बना के बैठा है, होर कोई गल नहीं। सब विच बैठा है, सभा घटां विच आप ही बैठा, जगत दे रंग मान रहा है। काया रविदास हाथ पै नेरे, सहजे होए सो होई। हुण तां रविदास आखदा है कि दूर नहीं मेरे हथ तो, होर भी नेड़े है, हथ तो भी नेड़े है। जो कुछ जगत विच वरत रहा है, उसे दी ही रजाई च रहा है। और इधर रविदास जी की इन्नी उच्ची अवस्था, तो क्यों ना इन्हों दर्जा हासिल होवे, क्यों नहीं इन्हों सत्कार दिता जाए, जब अवस्था ही इन्नी उच्ची हो गई है। कबीर जी भी ना पहले जो भगती लगे तो उन्होंने समझिया कि रब वखरा है तो मैं वखरा, अपने आप को रब तो अलग कर लिया, अपने आप को भगत खाते सी, बहुत कुछ सत्कार जो भगती लगे जो इस्लामिक पे। पर कहते हैं ना कि हुण सीए की पढ़ाई करने वाला कोई 10वीं क्लास का बच्चा आ जाए तुहाडे अगे, तुसीं सीए पढ़े हो, मान लो तुहानूं सीए विच अकाउंट आंदा है, तुसीं वो फार्मूला लगा के अकाउंट का फटाफट उसका सारा सोल्यूशन करता। पर 10वीं वाला वो अजे मैथ ही पढ़ रहा है, मैथ सिर्फ अजे अकाउंट तो पहले आती है, अजे समझ रहा है कि ये फार्मूले की होंगे हैं। उहदे वास्ते वो जड़ा फार्मूले नाल सीए वाले ने मिनट च कटता हल, समझ आएगा? बिल्कुल नहीं आएगा। उहदे वास्ते अविशिष्ट ने, जिन्होंने कहते हैरानी वाली गल होएगी, वो कहेगा मेरे वसदा नहीं ये काम, ना ये होंदा है, वो तो कहेगा है ही नहीं, ये हल नहीं हो सकता। इतनी जल्दी इन्ना वड्डा चैप्टर क्यों क्लोज करता इसने, सीए वाले ने? क्योंकि वो समझ ही इन्नी है, वो बुद्धि छोटी है, वो की करे, उसका कसूर थोड़ा ना बच्चे का। हाँ जो वो भी सीए चढ़ेगा, पढ़ाई करेगा, फिर उन्होंने भी वही ज्ञान हो जाएगा, फिर वो कहेगा हाँ मैं 10वीं अंदर कहता सी ये गल नहीं होंदी, हुण मैनू समझ आई ये गल होंदी है। आखो सतनाम श्री वाहिगुरू। यही अध्यात्मक, जब तक जड़ी चीज़ सानू मिलती नहीं ना, असी उस तो दूरी है, तो असी कहने कुछ नहीं है, कुछ नहीं है, ये कुछ नहीं है, मैं नहीं मनता। जदों मिल जाएगा ना, जदों इस गल का आंसर मिल जाएगा, जदों उस अवस्था ते तुसी पहुँच जाओगे, फिर तुहाडे मन में ये डाउट क्लीयर हो जाएंगे। फिर तुसी कहोगे हाँ रोम रोम गुरमुख रोम रोम हर ध्यावे, ये गुरमुख की अवस्था हो सकती है जी। उहदे एक एक रोम जपदा है। ये जिहड़े वाल देख रहे हो, करोड़ों वाल है। ये दाड़ी देख रहे हो, दाड़ी दे विच किन्ने रोम हैं, शरीर दे हर थां ते रोम हैं। ब्रह्म ज्ञानी इस रोमां दे जरिए एक वारी वाहिगुरू बोलेगा तो करोड़ों वारी उन्होंने फल मिल जाता है। आखो सतनाम श्री वाहिगुरू। हो सकता है एक जपजी साहब पढ़ोगे तो करोड़ों जपजी साहब का फल तुहाडे लेखे विच आ जाएगा। ये ब्रह्म ज्ञानी की अवस्था है, संतां की अवस्था है। ताई तो इन्नी जल्दी वो तरक्की करके पाल लंघ जाते हैं, ताई उन्होंने ड्यूटियां लगती हैं कि संतां नूं संगत नूं अमृत छकाओ, नाम जपाओ,
ਭਵ ਸਾਗਰ ਤੋਂ ਪਾਰ ਕਰਾ ਦਿਓ। ਜਿਸ ਤਰ੍ਹਾਂ ਗਿਆਨੀ ਸ਼ੀਤਲ ਸਿੰਘ ਜੀ, ਇਹਨਾਂ ਨੇ ਅਨੇਕਾਂ ਹੀ ਸੇਵਕਾਂ ਨੂੰ ਤਾਰਿਆ ਜੀ, ਅਨੇਕਾਂ ਹੀ ਉਹਨਾਂ ਨੂੰ ਭਗਤ ਬਣਾ ਕੇ, ਉਹਨਾਂ ਨੂੰ ਬਾਣੀ ਵਾਲੇ ਪਾਸੇ ਲਾ ਕੇ, ਨਾਮ ਜਪਾ ਕੇ ਤਾਰਿਆ ਹੈ। ਇਹ ਉਹਨਾਂ ਦੀ ਅਵਸਥਾ ਹੈ, ਕਿਉਂਕਿ ਉਹਨਾਂ ਕੋਲ ਆਪ ਸੀਗਾ ਪੱਲੇ ਨਾਮ, ਅਤੇ ਉਹਨਾਂ ਨੇ ਅੱਗੇ ਉਪਦੇਸ਼ ਦੇ ਕੇ, ਉਹਨਾਂ ਨੇ ਸ਼ਕਤੀ ਜੋ ਪਰਮਾਤਮਾ ਨੇ ਉਹਨਾਂ ਨੂੰ ਸੋਝੀ ਬਖਸ਼ੀ ਸੀ, ਉਹਦੇ ਜ਼ਰੀਏ ਉਹਨਾਂ ਨੇ ਦੁਨੀਆ ਦਾ ਭਲਾ ਕਰਨਾ ਸ਼ੁਰੂ ਕਰਤਾ। ਉਹਨਾਂ ਦੇ ਬਚਨ ਵੀ ਸਿੱਧ ਹੋ ਜਾਂਦੇ ਸੀ। ਜੋ ਇੱਕ ਵਾਰੀ ਸੰਤ ਮਹਾਂਪੁਰਸ਼ ਬਚਨ ਕਰ ਦਿੰਦੇ ਹਨ ਨਾ, ਉਹ ਭਾਵੇਂ ਚੰਦਰਮਾ ਵੀ ਨਾਸ਼ ਹੋ ਜਾਵੇ ਨਾ, ਉਹ ਵੀ ਵੱਡੀ ਗੱਲ ਨਹੀਂ ਨੇ, ਪਰ ਸਾਧੂ ਦਾ ਬੋਲ ਨਾ ਟਲੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੋ ਉਹਨਾਂ ਨੇ ਆਖਤਾ ਉਹ ਤਾਂ ਹੋਣਾ ਹੀ ਹੋਣਾ, ਉਹ ਤਾਂ ਸੱਚ ਹੋ ਗਿਆ, ਉਹ ਤਾਂ ਪੱਥਰ ਦੀ ਲਕੀਰ ਹੋ ਗਈ ਜੀ। ਸਾਧੂ ਦਾ ਬਚਨ ਬਹੁਤ ਮਾਇਨਾ ਰੱਖਦਾ ਹੈ, ਕਿਉਂਕਿ ਜਿੰਨੀ ਗੁਰਬਾਣੀ ਲਿਖੀ ਗਈ ਹੈ, ਜਦ ਧਿਆਨ ਨਾਲ ਤੁਸੀਂ ਹੁਕਮਨਾਮੇ ਸੁਣਿਆ ਕਰੋ, ਸਾਧੂ ਦੀ ਵਡਿਆਈ ਵਿੱਚ ਜ਼ਰੂਰ ਹੋਏਗੀ। ਕਿਸੇ ਨਾ ਕਿਸੇ ਛੰਦ 'ਤੇ, ਪੰਕਤੀ 'ਤੇ ਬ੍ਰਹਮ ਗਿਆਨੀ ਦੀ ਉਸਤਤ ਹੋਏਗੀ, ਬ੍ਰਹਮ ਗਿਆਨੀ ਸਾਧੂ ਦੀ ਗੱਲ ਹੋਏਗੀ। ਕਿਉਂਕਿ ਗੁਰਬਾਣੀ ਸਾਨੂੰ ਸਤਿਕਾਰ ਸਿਖਾ ਰਹੀ ਹੈ ਕਿ ਜਿਹੜੇ ਸੱਚੇ ਸੰਤ ਹਨ, ਜਿਹੜੇ ਵਾਕਈ ਹੀ ਸੰਸਾਰ ਦਾ ਭਲਾ ਕਰਨ ਆਏ ਹਨ, ਉਹ ਸੰਤਾਂ ਦੀ ਚਲਦੀ ਹੈ ਦਰਗਾਹ ਤੱਕ। ਤਿਸਕੀ ਸੀਖ ਤਰਾ ਸੰਸਾਰ। ਇੱਕ ਸਾਧੂ ਸੀ ਜੀ, ਉਹ ਸਾਧੂ ਪੂਰਾ ਸੀ, ਪੂਰਾ। ਅੱਜ ਇੱਕ ਸੇਠ ਦੀ ਦੁਕਾਨ 'ਤੇ ਆ ਗਿਆ। ਸੇਠ ਸੀ ਕਾਰੋਬਾਰੀ, ਮਾਇਆ ਦਾ ਹੰਕਾਰੀ, ਕਦੀ ਸੰਗਤ ਵੀ ਨਹੀਂ ਜਾਂਦਾ, ਨਾਮ ਨਹੀਂ ਜਪਦਾ, ਕਦੀ ਸਾਧੂ ਦੇ ਦਰਸ਼ਨ ਨਹੀਂ ਹੋਏ ਉਹਦੇ। ਸਾਧੂ ਨੂੰ ਰਹਿਮ ਆ ਗਿਆ ਉਸ ਸੇਠ 'ਤੇ ਕਿ ਇਹਦਾ ਵੀ ਭਲਾ ਹੋ ਜਾਵੇ। ਜਦੋਂ ਉਹਦੇ ਅੱਗੋਂ ਲੰਘਿਆ ਤੇ ਅਚਾਨਕ ਹੀ ਉਧਰੋਂ ਤੂਫਾਨ ਚੱਲ ਪਿਆ, ਆਂधी ਆ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਸ ਹੋਣਾ ਸੀ ਜੋ ਹੋਣਾ ਹੈ, ਰੱਬ ਨੇ ਲਿਖਿਆ। ਆਂधी ਆਈ ਤੇ ਮਿੱਟੀ, ਤੁਹਾਨੂੰ ਪਤਾ ਹੈ, ਉਹ ਚਰਨਾਂ ਦੀ ਧੂੜ ਸਾਧੂ ਦੀ ਉੱਡ ਕੇ ਉਸ ਸੇਠ ਦੇ ਮੱਥੇ 'ਤੇ ਲੱਗ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਨਹੀਂ ਪਤਾ, ਸੇਠ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਪਰ ਲੱਗ ਗਈ। ਉਹਨੇ ਮੱਥਾ ਵੀ ਨਹੀਂ ਟੇਕਿਆ, ਪਰ ਉੱਡ ਕੇ ਲੱਗ ਗਈ। ਹੁਣ ਕੀ ਹੋਇਆ, ਇੱਕ ਹਫ਼ਤੇ ਬਾਅਦ ਉਸ ਸੇਠ ਦੀ ਅਕਾਲ ਚਲਾਣਾ ਹੋ ਗਿਆ, ਮੌਤ ਹੋ ਗਈ। ਮੌਤ ਹੋਈ ਤੇ ਯਮਰਾਜ ਆ ਗਏ ਲੈਣ ਉਹਨੂੰ, ਯਮਦੂਤ ਕੁੱਟ ਕੁੱਟ ਕੇ ਉਹਨੂੰ ਲੈ ਗਏ, ਕਿਉਂਕਿ ਕਰਮ ਚੰਗਾ ਨਹੀਂ ਕਰਦਾ ਸੀ ਕੋਈ, ਮਾਇਆ ਜੋੜਨ ਤੋਂ ਸਿਵਾ ਕੋਈ ਕੰਮ ਨਹੀਂ ਉਹਦਾ। ਉੱਪਰ ਪਹੁੰਚਿਆ ਹੈ, ਉੱਪਰ ਲੇਖਾ ਜੇਖਾ ਕੀਤਾ ਗਿਆ ਤੇ ਕੁੰਭੀ ਨਰਕ ਤਿਆਰ ਹੈ ਉਹਦੇ ਵਾਸਤੇ। ਕੁੰਭੀ ਨਰਕ ਬੜਾ ਬੁਰਾ ਹਾਲ ਹੈ ਕੁੰਭੀ ਨਰਕ ਦਾ ਜੀ। ਆਪ ਜੀ ਨੂੰ ਪਹਿਲਾਂ ਵੀ ਦੱਸਿਆ ਹੈ, ਕਈ ਪ੍ਰਕਾਰ ਦੀ ਸਜ਼ਾਵਾਂ ਹਨ। ਪੀਕ ਦੇ ਸਰੋਵਰ ਹਨ, ਗਰਮ ਸ਼ਰਾਬ ਮੂੰਹ ਵਿੱਚ ਉਡੇਲੀ ਜਾਂਦੀ ਹੈ ਜਿਹੜੇ ਸ਼ਰਾਬ ਪੀਂਦੇ ਹਨ। ਜਿਹੜੇ ਬੱਕਰੇ ਮੀਟ ਖਾਂਦੇ ਹਨ, ਮਾਸ, ਉਹਨਾਂ ਨੂੰ ਪੁੱਠਾ ਲਟਕਾ ਕੇ ਤੇ ਥੱਲੇ ਤੰਦੂਰ ਅੱਕਣ ਅੱਗ ਜਲਾਈ ਜਾਂਦੀ ਹੈ ਕਿ ਉਹਨਾਂ ਦੀ ਖੋਪੜੀ ਸੜੇ। ਬੜੀ ਸਜ਼ਾਵਾਂ ਹਨ। ਕੰਡੇ ਤਾਰਾਂ ਹਨ ਬੋਰਡਰ ਵਰਗੀਆਂ, ਉਹਦੇ ਵਿੱਚੋਂ ਲੰਘਾਇਆ ਜਾਂਦਾ ਹੈ ਆਤਮਾ ਨੂੰ, ਸੋਲ ਨੂੰ। ਬੜਾ ਹੀ ਭੈੜਾ ਨਰਕ ਹੈ। ਉਸ ਨਰਕ ਦੇ ਅੰਦਰ ਉਹਨੂੰ ਸਜ਼ਾ ਦਿੱਤੀ ਗਈ। ਪਰ ਜਦੋਂ ਕਮਾਲ ਦੀ ਗੱਲ ਹੈ, ਉਸ ਆਤਮਾ ਨੂੰ ਅੰਦਰ ਵਾੜਿਆ ਤੇ ਨਰਕ ਠੰਡੇ ਪੈ ਗਏ, ਹਾਹਾਕਾਰ ਬੰਦ ਹੋ ਗਈ। ਜਮਦੂਤ ਵੀ ਹੈਰਾਨ ਹਨ, ਇਹ ਕੀ ਕੰਮ ਹੋ ਗਿਆ। ਉਹਨਾਂ ਨੇ ਫਟਾਫਟ ਉਹਨੂੰ ਬਾਹਰ ਕੱਢਿਆ ਤੇ ਸਾਰਾ ਨਰਕ ਹਾਹਾਕਾਰ ਕਰ ਰਿਹਾ ਹੈ। ਪਰ ਉਹ ਜਿਹੜਾ ਸ਼ਖਸ ਜਦੋਂ ਅੰਦਰ ਵਾੜਿਆ ਜਾਂਦਾ ਹੈ ਤੇ ਸਾਰਾ ਨਰਕ ਠੰਡਾ ਹੋ ਜਾਂਦਾ, ਹਾਹਾਕਾਰ ਬੰਦ ਹੋ ਜਾਂਦਾ। ਯਮਰਾਜ ਕੋਲ ਵਾਪਸ ਲੈ ਗਏ ਯਮਦੂਤ। ਉਹ ਕਹਿੰਦੇ ਇਹਦਾ ਲੇਖਾ ਜੇਖੇ ਵਿੱਚ ਗਲਤੀ ਹੋ ਗਈ, ਚੈਕਿੰਗ ਕੀਤੀ ਜਾਵੇ। ਲੇਖਾ ਦੇ ਜਦੋਂ ਖੋਲ੍ਹਿਆ ਗਿਆ ਤੇ ਦੇਖਿਆ ਤੇ ਲੇਖਾ ਤੇ ਠੀਕ ਹੈ ਇਹਦਾ, ਇਹਨੇ ਕੋਈ ਚੰਗੇ ਕਰਮ ਤੇ ਨਹੀਂ ਕੀਤੇ ਕੋਈ ਸੰਸਾਰ। ਧਿਆਨ ਨਾਲ ਦੇਖਿਆ, ਅਖੀਰਲੇ ਵੇਲੇ ਇੱਕ ਸਾਧੂ ਬ੍ਰਹਮ ਗਿਆਨੀ ਇਹਦੀ ਦੁਕਾਨ ਤੋਂ ਅੱਗੇ ਲੰਘ ਗਿਆ ਤੇ ਆਂधी ਤੂਫਾਨ ਨਾਲ ਉੱਡ ਕੇ ਧੂੜ ਇਹਦੇ ਨੇਤਰਾਂ ਤੇ ਇਹਦੇ ਮੱਥੇ ਤੇ ਲੱਗ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੂਰਨ ਬ੍ਰਹਮ ਗਿਆਨੀ ਸਾਧੂ। ਬਸ ਜੀ, ਉਹਦਾ ਇਹਨੂੰ ਫਲ ਮਿਲੇਗਾ। ਇਹਨੂੰ ਸੱਚਖੰਡ ਦੇ ਦਰਸ਼ਨ
जिथे साधु नगरी है उधर इनू पहुँचाया जाए कुछ समा, फिर इनू बाहर कढ़ के फिर नरक सुट्टिया जाएगा। जदों उन्होंने छड्डिया गया वो डरिया तो पहले ही पिया सी, नरक देख आया सी। कहंदा महाराज मैनू तो पहले पुण्य का फल दे दो जो मेरा पुण्य है। वो कहते जा फिर सचखंड, पर जल्दी आ जी, कुछ समा अद्धा घंटा अंदर जा तो छेती मुड़ा। बाहर जमदूत खड़ के अंदर गया तो बस जी उधर साधु नगरी सज्जी है, देवते अकन लोग चिट्टे कपड़े नाम जप रहे हैं, ये भी जाके बह गया बिच। ते उधर ही वो साधु के दर्शन होए जो धरती ते, या यह कह सकते हो साधु नगरी के अंदर अनेक ही साधु हैं। उन्होंने दर्शन करके उसका चित्त लग गया, बाहर जाना ही भुल गया। हुण यमदूत वेटिंग करके वापसी हो गए, यमराज कोल गए, शिकायत की इदा इदा हो गया। कहते कोई गल नहीं, हुण जो हो गया सो हो गया, हुण उन्हें मुड़ के कदी भी नहीं आना। आखो सतनाम श्री वाह। यमराज नूं समझ सी, अकल सी। कहंदा तुसी हुण नेले नहीं जाना, तुसी अंदर गए तो तुसी किसी जोगी नहीं रहोगे, तुहाडी मैं भी नहीं छड़ा पाऊँगा, जल के खाक हो जाओगे। हुण जो हो गया सो हो गया। उहदी किस्मत विच यही लिखिया सी, उन्हों किसी ब्रह्म ज्ञानी महापुरुष का संग हो गया, धूड़ नाल ही उहदा भला हो गया, मिट्टी नाल ही। संगत करनी तो दूर, खाली मिट्टी उहदे मत्थे ते लगी तो उहदे भाग खुल गए। भाई एक बारी ना शिव महाराज नूं मिलण वास्ते ना विष्णु भगवान गए। विष्णु जी गरुड़ की सवारी करते हैं, गरुड़ पंछी है। हुण गरुड़ की सवारी करते गुफा के कोल पहुँचिए कैलाश पर्वत, तो शिव भोलेनाथ अंदर तपस्या कर रहे हैं। विष्णु जी उतर के अंदर चले गए, तो गरुड़ उधर देख के बड़ा हैरान है। कैलाश वाह वाह, बड़ी रौनक है, बड़ा खुश है। उन्हें की देखा, एक सुंदर जी चिड़िया उत्थे आके बह गई। चिड़ी गरुड़ उन्होंने बड़े देख के खुश है, चिड़ी नूं, बड़ी रंग बिरंगी चिड़ी सी। गरुड़ ने की देखा, उत्ते यमराज भी आ गया, यम आ गए। गरुड़ नूं मन विच थोड़ा होया कि लगता है यमराज इस चिड़ी नूं मारन आए, चिड़ी नूं लैण आए। गरुड़ ने चिड़ी नूं पंजे विच फसा के ना कई कोस दूर ले गया, हजारों मील ले गया सफ़र करके। उधर जाके एक पत्थर ते चिड़ी नूं उतार के आया। कहते इत्थे चिड़ी हुण सेफ है। गरुड़ वापस कैलाश ते आया तो यमराज बड़ी जोर दी हसे, बड़ी जोर। यमराज कहते गरुड़ मेरा काम तू करता, ये चिड़ी कैलाश ते बैठी सी, पर इहदा अंत काल आ गया सी चिड़ी का। हुण अंत काल इस जगह तो हजारों मील दूर सीगी जगह। मैं सोचता सी ये काम किंज होएगा, हुण समा ते नेड़े सी, पर गरुड़ शाबाश तैनू, तू कारण बनिया ते तू पंजे फसा के कुड़ी वो चिड़ी नूं लै गया। वो चिड़ी जिथे उतारी है उत्थे काला नाग बैठा है पहले, वो हुण चिड़ी नूं खा जाएगा। आखो सतनाम श्री वाह। वो उहदा काल उहदी लिखी इंज सी, उन्होंने कोई बचा ही नहीं सकता। जड़ी उहदी काल है उन्होंने गरस लेगा। गरुड़ तू की समझिया तू उन्होंने बचा लेगा। गरुड़ भी हैरान हो गया, मैं उहदे अंत का कारण बन गया। कहते हाँ तू बन गया, लिखी इंज सी उहदी। गरुड़ बचाना चाहता सी, पर उन्होंने नहीं पता सी कि रब की जिहड़ी गल है ना, ये रब के उपर ही छड्डनी चाहिए है। ये साडी समझ तो बाहर की गल्लां है, ये उहदे कौतक रब ही जाने। आओ प्यारिओ, नाम जपदे हुए समाप्ति है, सारे जपिया करो, संगत विच बैठ के नाम जपो, बड़े वड्डे फल हैं। वाहेगुरु 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 वाहे वाहे।